ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਰਣਜੀਤ ਕੌਰ, ਪੰਜਾਬੀ ਅਧਿਆਪਕਾ, ਸਰਕਾਰੀ ਮਿਡਲ ਸਕੂਲ ਬਹਾਦਰ ਹੁਸੈਨ, ਜ਼ਿਲ੍ਹਾ ਗੁਰਦਾਸਪੁਰ ਤੋਂ। ਵਿਦਿਆਰਥੀਓ, ਅੱਜ ਅਸੀਂ ਪੜਾਂਗੇ ਜਮਾਤ 8ਵੀਂ ਦਾ ਵਿਸ਼ਾ ਪੰਜਾਬੀ। 8ਵੀਂ ਜਮਾਤ ਦੇ ਪੰਜਾਬੀ ਵਿਸ਼ੇ ਵਿੱਚ ਅੱਜ ਹੈ ਸਾਡੇ ਕੋਲ ਪਾਠ ਪੁਸਤਕ ਤੋਂ ਪਾਠ 10, ਜਿਸ ਦਾ ਕਿ ਸਿਰਲੇਖ ਹੈ ਹਰਿਆਵਲ ਦੇ ਬੀਜ। ਹਰਿਆਵਲ ਦੇ ਬੀਜ ਇੱਕ ਕਹਾਣੀ ਹੈ ਜਿਹੜੀ ਕਿ ਕਹਾਣੀਕਾਰ ਜਸਵੀਰ ਭੁੱਲਰ ਜੀ ਨੇ ਲਿਖੀ ਹੈ। ਜਸਵੀਰ ਭੁੱਲਰ ਜੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਇਸ ਕਹਾਣੀ ਰਾਹੀਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਪ੍ਰੇਰਨਾ ਕੀਤੀ ਹੈ ਅਤੇ ਉਹਨਾਂ ਨੂੰ ਦੱਸਿਆ ਹੈ ਕਿ ਜੇਕਰ ਅਸੀਂ ਰੁੱਖ ਨਹੀਂ ਲਾਵਾਂਗੇ ਤੇ ਮਨੁੱਖ ਦਾ ਜੀਵਨ ਜਿਹੜਾ ਹੈ ਕਿੰਨਾ ਨੁਕਸਾਨਾਂ ਨਾਲ ਭਰ ਜਾਵੇਗਾ। ਇਸ ਕਹਾਣੀ ਦੇ ਵਿੱਚ ਇੱਕ ਫਕੀਰ ਹੈ ਜਿਹੜਾ ਕਿ ਇੱਕ ਇਲਾਕੇ ਵਿੱਚ ਜਾਂਦਾ ਹੈ ਜਿੱਥੇ ਲੋਕ ਬੇਤਹਾਸ਼ਾ ਰੁੱਖ ਵੱਢੀ ਜਾਂਦੇ ਹਨ। ਉਹ ਉਹਨਾਂ ਨੂੰ ਰੁੱਖ ਜਿਹੜੇ ਹਨ ਉਹ ਨਾ ਵੱਢਣ ਦੀ ਸਲਾਹ ਦਿੰਦਾ ਹੈ, ਪਰ ਜਿਹੜੇ ਲੋਕ ਹਨ ਉਸ ਦੀ ਪਰਵਾਹ ਨਹੀਂ ਕਰਦੇ, ਉਸੇ ਤਰ੍ਹਾਂ ਹੀ ਰੁੱਖ ਵੱਢੀ ਜਾਂਦੇ ਹਨ। ਉਹਦਾ ਕੀ ਨੁਕਸਾਨ ਹੁੰਦਾ ਹੈ ਕਿ ਜਦੋਂ ਹੜ੍ਹ ਆਉਂਦੇ ਹਨ ਜਾਂ ਪਾਣੀ ਜ਼ੋਰ ਦੀ ਜਿਹੜਾ ਪਹਾੜਾਂ ਵੱਲੋਂ ਆਉਂਦਾ ਹੈ ਤੇ ਉਹਨਾਂ ਨੂੰ ਰੋਕਣ ਲਈ ਰੁੱਖ ਨਹੀਂ ਰਹਿੰਦੇ ਤੇ ਇਸ ਕਰਕੇ ਜਿਹੜੀ ਧਰਤੀ ਦੀ ਜਰਖੇਜ਼ ਮਿੱਟੀ ਸੀ ਉਹ ਪਾਣੀ ਆਪਣੇ ਨਾਲ ਵਹਾ ਕੇ ਆਪਣੇ ਪਾਣੀ ਨਾਲ ਉਹ ਮਿੱਟੀ ਜਿਹੜੀ ਹੈ ਉਹ ਵਹਾ ਕੇ ਲੈ ਜਾਂਦਾ ਹੈ ਪਾਣੀ, ਅਤੇ ਜਿਹੜੀ ਧਰਤੀ ਹੈ ਉਹ ਬੰਜਰ ਰੂਪ 'ਚ ਤਬਦੀਲ ਹੋ ਜਾਂਦੀ ਹੈ। ਰੇਤ ਥਲ ਦਾ ਤੂਫਾਨ ਆਉਂਦਾ ਹੈ ਅਤੇ ਸਭ ਕੁਝ ਉਜੜ ਪੁਜੜ ਜਾਂਦਾ ਹੈ। ਸੋ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤੇ ਇਸ ਕਹਾਣੀ ਰਾਹੀਂ ਅਸੀਂ ਇਹ ਵੀ ਜਾਣਾਂਗੇ ਕਿ ਰੁੱਖ ਜਿਹੜੇ ਹਨ ਉਹ ਮਨੁੱਖ ਨੂੰ ਕਿੰਨੀਆਂ ਸਹੂਲਤਾਂ ਦਿੰਦੇ ਹਨ, ਮਨੁੱਖੀ ਜੀਵਨ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਹੈ ਰੁੱਖਾਂ ਦਾ। ਆਓ ਕਹਾਣੀ ਪੜ੍ਹੀਏ ਹਰਿਆਵਲ ਦੇ ਬੀਜ, ਲੇਖਕ ਕਰਨਲ ਜਸਵੀਰ ਭੁੱਲਰ। 8ਵੀਂ ਸ਼੍ਰੇਣੀ ਦੀ ਪਾਠ ਪੁਸਤਕ ਪੰਜਾਬੀ ਵਿੱਚੋਂ ਅੱਜ ਅਸੀਂ ਪੜ੍ਹਾਂਗੇ ਪਾਠ 10, ਜਿਸ ਦਾ ਕਿ ਸਿਰਲੇਖ ਹੈ ਹਰਿਆਵਲ ਦੇ ਬੀਜ। ਹਰਿਆਵਲ ਦੇ ਬੀਜ ਇੱਕ ਕਹਾਣੀ ਹੈ ਜਿਹੜੀ ਕਿ ਕਰਨਲ ਜਸਵੀਰ ਭੁੱਲਰ ਜੀ ਦੁਆਰਾ ਲਿਖੀ ਗਈ ਹੈ। ਇਸ ਕਹਾਣੀ ਰਾਹੀਂ ਕਰਨਲ ਜਸਵੀਰ ਭੁੱਲਰ ਜੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਹੈ। ਕਹਾਣੀ ਹਰਿਆਵਲ ਦੇ ਬੀਜ। ਦੂਰ ਤੱਕ ਤਪਦਾ ਹੋਇਆ ਮਾਰੂਥਲ ਸੀ। ਉੱਥੇ ਤਿੱਖੀਆਂ ਤੁਰਸ਼ ਹਵਾਵਾਂ ਵਗ ਰਹੀਆਂ ਸਨ। ਚੁਫੇਰੇ ਉੱਡਦੀ ਹੋਈ ਰੇਤ ਸੀ। ਬਹੁਤ ਪਹਿਲੋਂ ਉੱਥੇ ਹਰਾ ਭਰਾ ਜੰਗਲ ਹੁੰਦਾ ਸੀ। ਇੱਕ ਫਕੀਰ ਉਸ ਪਾਸਿਓਂ ਦੀ ਲੰਘਿਆ। ਉਸਨੇ ਵੇਖਿਆ ਲੋਕ ਪਾਗਲਾਂ ਵਾਂਗ ਰੁੱਖ ਵੱਢ ਰਹੇ ਸਨ। ਫਕੀਰ ਨੇ ਲੋਕਾਂ ਨੂੰ ਆਖਿਆ ਕਿ ਇਸ ਤਰ੍ਹਾਂ ਤਾਂ ਤੁਸੀਂ ਉਜੜ ਜਾਣਾ ਹੈ। ਉਹ ਲੋਕ ਕਈ ਸਾਲਾਂ ਤੋਂ ਜੰਗਲ ਕੱਟ ਰਹੇ ਸਨ। ਉਹ ਲੱਕੜਾਂ ਵੇਚ-ਵੇਚ ਕੇ ਅਮੀਰ ਹੋਏ ਸਨ। ਉਹਨਾਂ ਨੂੰ ਫਕੀਰ ਦੀ ਗੱਲ ਬੜੀ ਮੂਰਖਤਾ ਭਰੀ ਲੱਗੀ। ਉਹ ਹੱਸੇ ਤੇ ਪਹਿਲਾਂ ਵਾਂਗੂ ਹੀ ਰੁੱਖ ਵੱਢਦੇ ਰਹੇ। ਹੌਲੀ-ਹੌਲੀ ਜੰਗਲ ਮੁੱਕ ਗਏ। ਫਿਰ ਹੜ੍ਹ ਵੀ ਆਏ। ਹੜ੍ਹਾਂ ਦਾ ਪਾਣੀ ਸੋਖਣ ਲਈ ਉੱਥੇ ਰੁੱਖ ਹੀ ਨਹੀਂ ਸਨ। ਹੜ੍ਹਾਂ ਨੇ ਬੜੀ ਤਬਾਹੀ ਮਚਾਈ। ਪਾਣੀ ਜਰਖੇਜ਼ ਮਿੱਟੀ ਨੂੰ ਵੀ ਰੋੜ ਕੇ ਲੈ ਗਿਆ। ਲੋਕ ਨੰਗ-ਮੁਨੰਗੀ ਧਰਤੀ ਉੱਤੇ ਬੈਠੇ ਰਹਿ ਗਏ। ਹਰਿਆ ਭਰਿਆ ਦੇਸ ਮਾਰੂਥਲ ਹੋ ਗਿਆ। ਤੇਜ਼ ਹਵਾਵਾਂ ਨਿੱਤ ਦਿਨ ਵਗਦੀਆਂ ਉਸ ਧਰਤੀ ਉੱਤੇ ਰੇਤ ਵਿਛਾ ਕੇ ਤੁਰ ਜਾਂਦੀਆਂ। ਇੱਕ ਵਾਰ ਹਵਾ ਨੇ ਝੱਖੜ ਦਾ ਰੂਪ ਲੈ ਲਿਆ। ਬੇਰੰਗ ਜਿਹੇ ਢਾਰੇ ਜੜ੍ਹਾਂ ਤੋਂ ਉਖੜ ਗਏ। ਰੇਤ ਥਲ ਦਾ ਤੂਫਾਨ ਬਹੁਤ ਮਾਰੂ ਸੀ। ਝੱਖੜ ਦਾ ਵੇਗ ਲੋਕਾਂ ਨੂੰ ਅਣਕਿਆਸੇ ਥਾਵਾਂ ਵੱਲ ਉਡਾ ਕੇ ਲੈ ਗਿਆ। ਵਸਦੇ ਲੋਕ ਉਜੜ ਪੁਜੜ ਗਏ। ਭੀਖੂ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਘੁੱਟ ਕੇ ਫੜਿਆ ਹੋਇਆ ਸੀ, ਪਰ ਝੱਖੜ ਸਾਵੇ ਉਹਨਾਂ ਦੇ ਪੈਰ ਨਹੀਂ ਸਨ ਟਿਕ ਰਹੇ। ਉਹ ਉਖੜੀਆਂ ਹੋਈਆਂ ਝਾੜੀਆਂ ਵਾਂਗੂ ਅੱਗੇ ਹੀ ਅੱਗੇ ਲੁੜਕਦੇ ਰੁੜਦੇ ਗਏ ਸਨ। ਅਚਾਨਕ ਉਹਨਾਂ ਨੂੰ ਲੁੜਕਦੇ ਰਿੜ੍ਹਦੇ ਗਏ ਸਨ। ਅਚਾਨਕ ਉਹਨਾਂ ਨੂੰ ਜਾਪਿਆ ਕਿਸੇ ਨੇ ਬਾਹਾਂ ਫੈਲਾ ਦਿੱਤੀਆਂ ਸਨ। ਉਹ ਉਹਨਾਂ ਬਾਹਾਂ ਦੇ ਘੇਰੇ ਵਿੱਚ ਅਟਕ ਗਏ ਸਨ। ਉਸ ਵੇਲੇ ਉਹ ਪੂਰੀ ਹੋਸ਼ ਵਿੱਚ ਨਹੀਂ ਸਨ। ਜਦੋਂ ਉਹਨਾਂ ਦੀ ਹੋਸ਼ ਪਰਤੀ ਤਾਂ ਝੱਖੜ ਥੰਮ ਚੁੱਕਿਆ ਸੀ। ਜਿਸ ਨੇ ਝੱਖੜ ਦੀ ਤੀਬਰ ਗਤੀ ਕੋਲੋਂ ਉਹਨਾਂ ਦੀ ਜਾਨ ਬਚਾਈ ਸੀ, ਉਹ ਇੱਕ ਰੁੱਖ ਸੀ। ਉਸ ਰੁੱਖ ਦੀਆਂ ਟਾਹਣੀਆਂ
ਹੇਠਾਂ ਤੱਕ ਲਮਕ ਰਹੀਆਂ ਸਨ। ਉਹ ਤਿੰਨੇ ਜਣੇ ਉਹਨਾਂ ਟਾਹਣੀਆਂ ਵਿੱਚ ਅਟਕੇ ਹੋਏ ਸਨ। ਉਹ ਟਾਹਣੀਆਂ ਵਿੱਚੋਂ ਬਾਹਰ ਨਿਕਲੇ। ਰੁੱਖ ਦੇ ਪੱਤਿਆਂ ਦੀ ਹਰਿਆਵਲ ਵਿੱਚ ਤਾਜ਼ਗੀ ਸੀ। ਭੀਖੂ ਬੋਲਿਆ, ਇਸ ਰੁੱਖ ਦੇ ਪੀਣ ਲਈ ਨੇੜੇ ਹੀ ਕਿਧਰੇ ਪਾਣੀ ਏ, ਤਾਂ ਹੀ ਇਹ ਰੁੱਖ ਇੰਨਾ ਹਰਾ ਏ। ਪਾਣੀ ਲੱਭਣ ਲਈ ਭੀਖੂ ਨੇ ਡੰਗੋਰੀ ਨਾਲ ਥਾਂ ਥਾਂ ਤੋਂ ਜ਼ਮੀਨ ਨੂੰ ਠਕੋਰਿਆ। ਸੂਰਜ ਦੀ ਦਿਸ਼ਾ ਵੇਖੀ, ਜ਼ਮੀਨ ਉੱਤੇ ਕੁਝ ਲੀਕਾਂ ਵਾਹੀਆਂ ਤੇ ਫਿਰ ਇੱਕ ਥਾਂ 'ਤੇ ਡੰਗੋਰੀ ਗੱਡ ਦਿੱਤੀ। ਉਹ ਸਾਰੇ ਜਾਣੇ ਰਲ ਕੇ ਨਿਸ਼ਾਨ ਵਾਲੀ ਥਾਂ ਪੁੱਟਣ ਲੱਗ ਪਏ। ਉੱਥੇ ਸੱਚਮੁੱਚ ਹੀ ਪਾਣੀ ਸੀ। ਝੱਖੜ ਨੇ ਪਾਣੀ ਦੇ ਉਸ ਸਰੋਤ ਨੂੰ ਰੇਤ ਨਾਲ ਢੱਕ ਦਿੱਤਾ ਸੀ। ਪਾਣੀ ਵੇਖ ਕੇ ਉਹਨਾਂ ਦੀਆਂ ਵਰਾਸ਼ਾਂ ਖਿੜ ਗਈਆਂ। ਉਹਨਾਂ ਬੁੱਕ ਭਰ ਭਰ ਪਾਣੀ ਪੀਤਾ। ਜਦੋਂ ਭੁੱਖ ਲੱਗੀ, ਉਹਨਾਂ ਰੁੱਖ ਨਾਲੋਂ ਫਲ ਤੋੜੇ ਤੇ ਢਿੱਡ ਭਰ ਲਿਆ। ਰੁੱਖ ਦੀ ਠੰਡੀ ਮਿੱਠੀ ਛਾਂ ਉਹਨਾਂ ਦਾ ਆਸਰਾ ਹੋ ਗਈ ਸੀ। ਉਹਨਾਂ ਦੇ ਪੁੱਤਰ ਆਲਮ ਨੂੰ ਤਾਂ ਜਿਵੇਂ ਖੇਡਣ ਲਈ ਆੜੀ ਲੱਭ ਪਿਆ। ਉਹ ਕਦੀ ਰੁੱਖ 'ਤੇ ਚੜ੍ਹ ਜਾਂਦਾ ਤੇ ਕਦੀ ਲਮਕਦੀਆਂ ਹੋਈਆਂ ਟਾਹਣੀਆਂ ਨਾਲ ਝੂਲਦਾ। ਭੀਖੂ ਦੀ ਪਤਨੀ ਹੱਸਦੀ ਹੋਈ ਬੋਲੀ, ਜੇ ਇੰਨਾ ਸੋਹਣਾ ਰੁੱਖ ਕੋਲ ਹੋਵੇ ਤਾਂ ਹੋਰ ਕੀ ਚਾਹੀਦਾ? ਆਪਾਂ ਹੁਣ ਇੱਥੇ ਹੀ ਰਹਿ ਪਈਏ। ਭੀਖੂ ਨੂੰ ਵੀ ਇਹ ਸਲਾਹ ਜੱਚ ਗਈ। ਅਗਲੇ ਦਿਨ ਭੀਖੂ ਤੜਕਸਾਰ ਉੱਠਿਆ ਤੇ ਟਾਹਣੀਆਂ ਤੋੜ ਕੇ ਢਾਰਾ ਛੱਤਣ ਲੱਗ ਪਿਆ। ਪਤਨੀ ਨੇ ਵੇਖਿਆ ਤਾਂ ਉਦਾਸ ਹੋਈ, ਬੋਲੀ, ਤੂੰ ਇਸ ਤਰ੍ਹਾਂ ਕਾਹਨੂੰ ਕਰਨਾ ਸੀ? ਇਹਨਾਂ ਟਾਹਣੀਆਂ ਨੇ ਤਾਂ ਆਪਣੀ ਜਾਨ ਬਚਾਈ ਸੀ। ਭੀਖੂ ਚੁੱਪ ਰਿਹਾ। ਇੱਕ ਦਿਨ ਭੀਖੂ ਨੂੰ ਜਾਪਿਆ, ਸੁੰਨੇ ਢਾਰੇ ਵਿੱਚ ਬਹਿਣ ਖਲੋਣ ਲਈ ਮੰਜਾ ਪੀੜਾ ਵੀ ਚਾਹੀਦਾ ਹੈ। ਉਸਨੇ ਰੁੱਖ ਦੀਆਂ ਟਾਹਣੀਆਂ ਵੱਢ ਕੇ ਮੰਜਾ ਪੀੜਾ ਬਣਾ ਲਿਆ। ਪਤਨੀ ਨੇ ਹਉਕਾ ਭਰਿਆ, ਇਹ ਰੁੱਖ ਆਪਾਂ ਨੂੰ ਕਿੰਨੀ ਸੋਹਣੀ ਛਾਂ ਦਿੰਦਾ ਹੁੰਦਾ ਸੀ। ਇਸ ਦੇ ਮਿੱਠੇ ਫਲ ਹੁੰਦੇ ਸਨ। ਭੀਖੂ ਖਿਝ ਕੇ ਬੋਲਿਆ, ਆਪਾਂ ਰੁੱਖ ਹੇਠ ਮੇਲਾ ਤਾਂ ਨਹੀਂ ਲਾਉਣਾ? ਰੁੱਖ ਕੋਲ ਹਜੇ ਵੀ ਸਾਡੇ ਲਈ ਬਹੁਤ ਕੁਛ ਜਾਂ ਬਥੇਰੀ ਛਾਂ ਏ। ਉਹਨਾਂ ਦੀਆਂ ਲੋੜਾਂ ਨਿੱਤ ਦਿਨ ਪੈਦਾ ਹੁੰਦੀਆਂ ਰਹੀਆਂ। ਰੁੱਖ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਰਿਹਾ ਤੇ ਹੌਲੀ ਹੌਲੀ ਮੁੱਕਦਾ ਗਿਆ। ਆਖਰਕਾਰ ਸਹੂਲਤਾਂ ਭਰੇ ਉਸ ਵਿਹੜੇ ਵਿੱਚ ਰੁੱਖ ਦੇ ਨਾਂ ਦਾ ਇੱਕ ਟੁੰਡ ਜਿਹਾ ਹੀ ਤਣਾ ਖੜਾ ਰਹਿ ਗਿਆ। ਭੀਖੂ ਨੇ ਦੂਰ ਅੰਦੇਸ਼ੀ ਦੀ ਗੱਲ ਕੀਤੀ, ਤਣੇ ਨੂੰ ਆਪਾਂ ਕਿਸੇ ਵੱਡੇ ਕੰਮ ਲਈ ਵਰਤਾਂਗੇ। ਹੁਣ ਸੁੱਖ ਨਾਲ ਆਪਣਾ ਪੁੱਤਰ ਵੱਡਾ ਹੋ ਰਿਹਾ ਹੈ, ਭਲਕ ਨੂੰ ਉਹਦਾ ਵੀ ਟੱਬਰ ਟੀਰ ਹੋਊ, ਉਦੋਂ ਇਹ ਤਣਾ ਕੰਮ ਆਊ। ਇੱਕ ਦਿਨ ਫਕੀਰ ਉਸ ਪਾਸਿਓਂ ਦੀ ਲੰਘਿਆ। ਉਸ ਵੇਲੇ ਲੂੰ ਵਗ ਰਹੀਆਂ ਸਨ। ਫਕੀਰ ਨੇ ਢਾਰੇ ਦੇ ਸੇਕ ਵਿੱਚ ਬੈਠ ਕੇ ਪਾਣੀ ਪੀਤਾ ਤੇ ਪੁੱਛਿਆ, ਕੀ ਰੱਬ ਨੇ ਤੁਹਾਨੂੰ ਕਦੀ ਕੋਈ ਰੁੱਖ ਨਹੀਂ ਦਿੱਤਾ? ਭੀਖੂ ਨੇ ਦੱਸਿਆ, ਬਾਬਾ ਹੈਗਾ ਏ, ਉਹ ਖੜਾ ਏ, ਰੁੰਡ ਮੁੰਡ ਜਿਹਾ, ਇੱਕ ਵਾਰ ਦੀ ਕੱਟ ਵੱਢ ਪਿੱਛੋਂ ਪੁੰਗਰਿਆ ਹੀ ਨਹੀਂ। ਫਕੀਰ ਰੁੱਖ ਦਾ ਹਸ਼ਰ ਵੇਖ ਕੇ ਉਦਾਸ ਹੋ ਗਿਆ। ਉਹ ਕੁਝ ਚਿਰ ਚੁੱਪ ਰਿਹਾ ਤੇ ਫਿਰ ਬੋਲਿਆ, ਹਮੇਸ਼ਾ ਰੁੱਖ ਕੱਟੇ ਹੀ ਨੇ, ਕਦੀ ਰੁੱਖ ਲਾਏ ਵੀ ਨੇ। ਕੀ ਇਸ ਦੁਨੀਆ ਵਿੱਚ ਹਰਿਆਵਲ ਦੇ ਬੀਜ ਮੁੱਕ ਗਏ ਹਨ? ਭੀਖੂ ਨੂੰ ਕੋਈ ਗੱਲ ਨਾ ਔੜੀ। ਫਕੀਰ ਨੇ ਅੱਖਾਂ ਮੀਟ ਲਈਆਂ ਤੇ ਕੁਝ ਚਿਰ ਪਿੱਛੋਂ ਅੱਖਾਂ ਖੋਲ੍ਹੀਆਂ ਤੇ ਉਦਾਸ ਸੁਰ ਵਿੱਚ ਬੋਲਿਆ, ਤਾਂ ਹੀ ਮੈਂ ਇਸ ਘਰ ਉੱਤੇ ਉਜਾੜੇ ਦਾ ਪਰਛਾਵਾਂ ਵੇਖ ਰਿਹਾ ਹਾਂ। ਜਦੋਂ ਰੁੱਖ ਨਾ ਹੋਣ ਤਾਂ ਇਸ ਤਰ੍ਹਾਂ ਹੀ ਹੁੰਦਾ ਹੈ। ਇਹ ਸੁਣ ਕੇ ਘਰ ਦੇ ਜੀਅ ਬੇਚੈਨ ਹੋ ਗਏ। ਫਕੀਰ ਨੇ ਉਹਨਾਂ ਦੇ ਮਨ ਵਿੱਚ ਹਰਿਆਵਲ ਦੇ ਬੀਜ ਖਿਲਾਰ ਦਿੱਤੇ ਸਨ। ਉਹ ਬੀਜ ਟੱਬਰ ਦੇ ਮਨ ਵਿੱਚ ਪੁੰਗਰ ਗਏ ਸਨ। ਫਕੀਰ ਦੇ ਜਾਣ ਪਿੱਛੋਂ ਬੇਬਸ ਜਿਹੇ ਰੜੀ ਥਾਂ 'ਤੇ ਬੈਠੇ ਹੋਏ ਸਨ। ਆਲਮ ਰੋਣ ਹਾਕਾ ਬੋਲਿਆ, ਬਾਪੂ, ਤੂੰ ਰੁੱਖ ਵੱਢਣ ਵਾਲਾ ਕਿਉਂ ਬਣਿਆ ਸੈਂ? ਤੂੰ ਰੁੱਖ ਉਗਾਉਣ ਵਾਲਾ ਕਿਉਂ ਨਹੀਂ ਬਣਿਆ? ਭੀਖੂ ਸ਼ਰਮਸਾਰ
ਹੋਈ ਨੀਵੀਂ ਪਾਈ ਪਾ ਲਈ। ਮੇਰੇ ਵੱਡੇ ਵਡੇਰੇ ਵੀ ਇਸ ਤਰ੍ਹਾਂ ਹੀ ਕਰਦੇ ਹੁੰਦੇ ਸੀ ਅਤੇ ਮੈਂ ਸੋਚਿਆ ਇਸ ਤਰ੍ਹਾਂ ਹੀ ਕਰੀਦਾ ਏ। ਮੈਨੂੰ ਕੀ ਪਤਾ ਸੀ। ਮਾਰੂਥਲ ਵਿੱਚ ਵਾਵਰੋਲਾ ਜਿਹਾ ਉੱਠਿਆ। ਅਚਾਨਕ ਆਲਮ ਖੜਾ ਹੋ ਗਿਆ। ਹੁਣ ਮੈਂ ਵੱਡਾ ਤਾਂ ਹੋ ਗਿਆ ਹਾਂ, ਹੁਣ ਮੈਂ ਬਣਾਂਗਾ ਰੁੱਖ ਉਗਾਉਣ ਵਾਲਾ। ਅਤੇ ਆਲਮ ਤਿੱਖੜ ਧੁੱਪ ਵਿੱਚ ਹਰਿਆਵਲ ਦੇ ਬੀਜ ਲੱਭਣ ਤੁਰ ਪਿਆ। ਆਲਮ ਨੂੰ ਹਰਿਆਵਲ ਦੇ ਬੀਜ ਲੱਭ ਪਏ ਸਨ। ਸੁਣਿਆ ਹੈ ਆਲਮ ਜਿੱਧਰ ਵੀ ਲੰਘਦਾ ਹੈ ਰੁੱਖ ਲਾਉਂਦਾ ਤੁਰਿਆ ਜਾਂਦਾ ਹੈ। ਸੋ ਬੱਚਿਓ, ਇਹ ਸੀ ਕਹਾਣੀ। ਰੁੱਖ ਜਿਹੜੇ ਨੇ ਸਾਡੀ ਜ਼ਿੰਦਗੀ ਲਈ ਕਿੰਨੇ ਜ਼ਰੂਰੀ ਹਨ। ਜੇਕਰ ਅਸੀਂ ਰੁੱਖ ਨਹੀਂ ਲਾਵਾਂਗੇ ਤਾਂ ਧਰਤੀ 'ਤੇ ਇਹੋ ਜਿਹੇ ਰੇਤ ਥਲ ਦੇ ਤੂਫਾਨ, ਹੜ੍ਹ ਅਤੇ ਹੋਰ ਤਰ੍ਹਾਂ ਦੀਆਂ ਭਿਆਨਕ ਜਿਹੜੀਆਂ ਨੇ ਕਰੋਪੀਆਂ ਕੁਦਰਤ ਦੀਆਂ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਅਤੇ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਅਤੇ ਆਓ ਬੱਚਿਓ, ਨਾਲ ਹੀ ਹੈ ਅਭਿਆਸਕ ਪਾਠ ਪੁਸਤਕ ਵਿੱਚੋਂ ਕੁਝ ਅਭਿਆਸਕ ਪ੍ਰਸ਼ਨ। ਸੋ ਆਹ ਰੁੱਖਾਂ ਦੀਆਂ ਕੁਝ ਤਸਵੀਰਾਂ ਹਨ। ਵੇਖੋ, ਰੁੱਖ ਸਾਨੂੰ ਫਲ ਵੀ ਦਿੰਦੇ ਨੇ, ਛਾਂ ਵੀ ਦਿੰਦੇ ਨੇ ਅਤੇ ਇਹਨਾਂ ਦੇ ਸਾਡੀ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਹੁਣ ਅਸੀਂ ਕਰਾਂਗੇ ਅਭਿਆਸਕ ਪ੍ਰਸ਼ਨ। ਪਾਠ ਅਭਿਆਸ ਦੇ ਪ੍ਰਸ਼ਨ ਵਿੱਚ ਸਾਡੇ ਕੋਲ ਸਭ ਤੋਂ ਪਹਿਲਾ ਪ੍ਰਸ਼ਨ ਹੈ, ਫਕੀਰ ਨੇ ਲੋਕਾਂ ਨੂੰ ਕੀ ਸਿੱਖਿਆ ਦਿੱਤੀ ਅਤੇ ਕਿਉਂ? ਫਕੀਰ ਨੇ ਲੋਕਾਂ ਨੂੰ ਪਾਗਲਾਂ ਵਾਂਗ ਰੁੱਖ ਵੱਢੀ ਜਾਣ ਵਿਰੁੱਧ ਖਬਰਦਾਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਉਹ ਉੱਜੜ ਜਾਣਗੇ। ਉਸਨੇ ਉਹਨਾਂ ਨੂੰ ਇਹ ਗੱਲ ਇਸ ਕਰਕੇ ਕਹੀ ਕਿਉਂਕਿ ਰੁੱਖਾਂ ਦੇ ਖਤਮ ਹੋਣ ਨਾਲ ਧਰਤੀ 'ਤੇ ਤਪਦੀਆਂ ਲੂਆਂ ਅਤੇ ਮਾਰੂਥਲ ਜਿਹੜੀ ਧਰਤੀ ਹੈ ਉਹ ਤਪਦੇ ਲੂਆਂ ਅਤੇ ਮਾਰੂਥਲ ਵਿੱਚ ਤਬਦੀਲ ਹੋ ਜਾਏਗੀ। ਅਗਲਾ ਪ੍ਰਸ਼ਨ ਹੈ, ਲੋਕਾਂ ਵੱਲੋਂ ਰੁੱਖਾਂ ਦੀ ਅੰਨ੍ਹੇਵਾਹ ਕੀਤੀ ਕਟਾਈ ਦਾ ਕੀ ਨਤੀਜਾ ਹੋਇਆ? ਕਿ ਉਹਨਾਂ ਨੂੰ ਰੇਤ ਥਲ ਦੇ ਤੂਫਾਨ ਦਾ ਸਾਹਮਣਾ ਕਰਨਾ ਪਿਆ। ਹੜ੍ਹ ਵੀ ਆਏ, ਤੂਫਾਨ ਵੀ ਆਏ। ਹੜ੍ਹਾਂ ਦਾ ਪਾਣੀ ਰੋਕਣ ਲਈ ਜਿਹੜਾ ਹੈ ਉਹ ਰੁੱਖ ਨਹੀਂ ਸਨ ਅਤੇ ਜਿਹੜਾ ਹੜ੍ਹਾਂ ਦਾ ਪਾਣੀ ਸੀ ਉਹ ਜਰਖੇਜ਼ ਮਿੱਟੀ ਜਿਹੜੀ ਸੀ ਉਹ ਆਪਣੇ ਨਾਲ ਵਹਾ ਕੇ ਲੈ ਗਿਆ। ਧਰਤੀ ਮਾਰੂਥਲ ਵਿੱਚ ਤਬਦੀਲ ਹੋ ਗਈ। ਫਿਰ ਤੇਜ਼ ਹਵਾਵਾਂ ਰੋਜ਼ ਚੱਲਦੀਆਂ ਅਤੇ ਰੇਤ ਵਿਛਾ ਕੇ ਤੁਰ ਜਾਂਦੀਆਂ। ਕਦੇ ਕਦਾਈ ਜਿਹੜੀਆਂ ਨੇ ਉਹ ਇੰਨੀਆਂ ਤੇਜ਼ ਹਵਾਵਾਂ ਹੋ ਜਾਂਦੀਆਂ ਕਿ ਉਹ ਜਿਹੜੀਆਂ ਝੋਪੜੀਆਂ ਜਾਂ ਜਿਹੜੇ ਘਰ ਸਨ ਉਹ ਵੀ ਉਖੇੜਨ ਤੱਕ ਜਾਂਦੀਆਂ। ਅਗਲਾ ਪ੍ਰਸ਼ਨ ਹੈ, ਰੇਤ ਥਲ ਦੇ ਤੂਫਾਨ ਕਾਰਨ ਭੀਖੂ ਅਤੇ ਉਸਦੇ ਪਰਿਵਾਰ ਨਾਲ ਕੀ ਵਾਪਰਿਆ? ਭੀਖੂ ਨੇ ਆਪਣੇ ਪਰਿਵਾਰ ਨੂੰ ਘੁੱਟ ਕੇ ਫੜਿਆ ਹੋਇਆ ਸੀ, ਪਤਨੀ ਅਤੇ ਪੁੱਤਰ ਨੂੰ, ਪਰ ਝੱਖੜ ਸਾਹਮਣੇ ਉਸਦੀ ਕੋਈ ਪੇਸ਼ ਨਹੀਂ ਸੀ ਜਾ ਰਹੀ ਅਤੇ ਉਹ ਇਸੇ ਤਰ੍ਹਾਂ ਹੀ ਅੱਗੇ ਰਿੜ੍ਹਦੇ ਜਾ ਰਹੇ ਸਨ। ਅੰਤ ਉਹਨਾਂ ਨੂੰ ਪ੍ਰਤੀਤ ਹੋਇਆ ਕਿ ਜਿਵੇਂ ਕਿਸੇ ਨੇ ਬਾਹਾਂ ਫੈਲਾ ਕੇ ਉਹਨਾਂ ਨੂੰ ਆਪਣੇ ਬਾਹਾਂ ਵਿੱਚ ਦੇ ਘੇਰੇ ਵਿੱਚ ਅਟਕੇ ਹਨ ਕਿਸੇ ਦੇ ਵਿੱਚ, ਅਤੇ ਝੱਖੜ ਦੇ ਥੰਮਣ 'ਤੇ ਹੋਸ਼ ਆਈ ਕਿ ਜਿਸ ਦੇ ਘੇਰੇ ਵਿੱਚ ਉਹ ਅਟਕੇ ਸਨ ਉਹ ਇੱਕ ਰੁੱਖ ਸੀ ਅਤੇ ਰੁੱਖ ਦੀਆਂ ਜੜ੍ਹਾਂ ਜਿਹੜੀਆਂ ਸਨ ਉਹ ਜ਼ਮੀਨ ਤੱਕ ਲੱਗੀਆਂ ਹੋਈਆਂ ਸਨ। ਅਗਲਾ ਪ੍ਰਸ਼ਨ ਹੈ, ਬਿਪਤਾ ਸਮੇਂ ਭੀਖੂ ਅਤੇ ਉਸਦੇ ਪਰਿਵਾਰ ਲਈ ਰੁੱਖ ਕਿਵੇਂ ਸਹਾਈ ਹੋਇਆ? ਪਹਿਲੀ ਗੱਲ ਤਾਂ ਬਿਪਤਾ ਸਮੇਂ ਭੀਖੂ ਅਤੇ ਉਸਦੇ ਪਰਿਵਾਰ ਦੀ ਰੁੱਖ ਨੇ ਜਾਨ ਬਚਾਈ ਅਤੇ ਜਾਨ ਬਚਾਉਣ ਤੋਂ ਬਾਅਦ ਰੁੱਖ ਨੇ ਉਹਨਾਂ ਨੂੰ ਪਾਣੀ ਦਿੱਤਾ, ਉਹਨਾਂ ਨੂੰ ਛਾਂ ਦਿੱਤੀ, ਉਹਨਾਂ ਨੂੰ ਭੁੱਖ ਲੱਗਣ 'ਤੇ ਫਲ ਦਿੱਤਾ। ਹੋਰ ਰੁੱਖ ਨੇ ਉਹਨਾਂ ਦੀਆਂ ਸਾਰੀਆਂ ਜ਼ਰੂਰੀ ਲੋੜਾਂ ਜਿਹੜੀਆਂ ਸੀ ਉਹ ਪੂਰੀਆਂ ਕੀਤੀਆਂ। ਭੀਖੂ ਨੇ ਰੁੱਖ ਨੂੰ ਵੱਢ ਕੇ ਆਪਣਾ ਇੱਕ ਝੌਂਪੜੀ ਛੱਤੀ, ਫਿਰ ਉਹਨੇ ਜਿਹੜਾ ਸੀ ਉਹ ਮਿੱਟੀ ਪੁੱਟ ਕੇ ਪਾਣੀ ਕੱਢਿਆ, ਝੌਂਪੜੀ ਛੱਤੀ। ਫਿਰ ਉਸਦਾ ਪੁੱਤਰ ਜਿਹੜਾ ਸੀ ਆਲਮ ਉਸ ਨਾਲ ਖੇਡਦਾ ਸੀ, ਰੁੱਖ ਨਾਲ, ਉਹਨੂੰ ਬਹੁਤ ਵਧੀਆ ਲੱਗਦਾ ਸੀ। ਉਸਦੀ ਪਤਨੀ ਵੀ ਬਹੁਤ ਖੁਸ਼ ਸੀ। ਸੋ ਉਹਦੀਆਂ ਸਾਰੀਆਂ ਜਿਹੜੀਆਂ ਲੋੜਾਂ ਸੀ ਉਹ ਰੁੱਖ ਨੇ ਪੂਰੀਆਂ ਕੀਤੀਆਂ। ਅਗਲਾ ਪ੍ਰਸ਼ਨ ਹੈ, ਫਕੀਰ ਨੇ ਭੀਖੂ ਨੂੰ ਨਵੇਂ ਰੁੱਖ ਲਾਉਣ ਲਈ ਕਿਵੇਂ ਪ੍ਰੇਰਿਆ? ਭੀਖੂ ਨੂੰ ਫਕੀਰ ਨੇ ਜਦੋਂ ਭੀਖੂ ਵੱਲੋਂ ਦੱਸੇ ਗਏ ਉਸ ਰੁੱਖ ਵੱਲ ਵੇਖਿਆ ਅਤੇ ਫਕੀਰ ਨੂੰ ਬਹੁਤ ਗੁੱਸਾ ਆਇਆ ਜਾਂ ਬਹੁਤ ਉਦਾਸ ਹੋਇਆ ਫਕੀਰ, ਕਿਉਂਕਿ ਫਕੀਰ ਨੇ ਦੇਖਿਆ ਔਰ ਉਹਨੇ ਪੁੱਛਿਆ ਕਿ ਤੂੰ ਇੱਥੇ ਰੁੱਖ ਵੱਡੇ ਹੀ ਨੇ, ਰੁੱਖ ਨਵੇਂ ਲਾਏ ਕਿਉਂ ਨਹੀਂ? ਕੀ ਗੱਲ ਦੁਨੀਆ ਉੱਤੋਂ ਹਰਿਆਵਲ ਦੇ ਬੀਜ ਮੁੱਕ ਗਏ ਹਨ? ਇਸ ਤਰ੍ਹਾਂ ਕਹਿ ਕੇ ਫਕੀਰ ਨੇ ਉਸ ਸਾਰੇ ਪਰਿਵਾਰ ਦੇ ਅੰਦਰ
ਹਰਿਆਵਲ ਦੇ ਬੀਜ ਬੀਜ ਦਿੱਤੇ ਤੇ ਸਾਰੇ ਹੀ ਉਸ ਗੱਲ ਨੂੰ ਲੈ ਕੇ ਚਿੰਤਾ ਕਰਨ ਲੱਗੇ ਕਿ ਸਾਨੂੰ ਰੁੱਖ ਲਾਉਣੇ ਚਾਹੀਦੇ ਸਨ, ਰੁੱਖ ਵੱਢਣੇ ਨਹੀਂ ਸਨ ਚਾਹੀਦੇ। ਅਗਲਾ ਪ੍ਰਸ਼ਨ ਹੈ, ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫਕੀਰ ਵਿਚਕਾਰ ਹੋਈ ਗੱਲਬਾਤ ਤੋਂ ਕੀ ਪ੍ਰੇਰਨਾ ਮਿਲੀ? ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫਕੀਰ ਦੀ ਗੱਲਬਾਤ ਤੋਂ ਹਰਿਆਵਲ ਦੇ ਬੀਜ ਬੀਜਣ ਅਰਥਾਤ ਥਾਂ ਥਾਂ ਰੁੱਖ ਲਾਉਣ ਦੀ ਪ੍ਰੇਰਨਾ ਮਿਲੀ। ਇਸੇ ਤਰ੍ਹਾਂ ਹੀ ਸਾਡੇ ਕੋਲ ਕੁਝ ਔਖੇ ਸ਼ਬਦ ਹਨ। ਔਖੇ ਸ਼ਬਦਾਂ ਵਿੱਚ ਸਾਡੇ ਕੋਲ ਹੈ ਤੁਰਸ਼, ਜਿਸ ਦਾ ਕਿ ਅਰਥ ਹੈ ਕ੍ਰੋਧੀ, ਗੁਸੈਲ, ਰੇਤਥਲ ਮਾਰੂਥਲ, ਰੇਗਿਸਤਾਨ ਰੇਤਲਾ ਇਲਾਕਾ, ਜ਼ਰਖੇਜ਼ ਉਪਜਾਊ ਮਿੱਟੀ, ਮਾਰੂ ਮਾਰਨ ਵਾਲਾ, ਘਾਤਕ, ਸਾਵੇਂ ਸਾਹਮਣੇ, ਮੂਹਰਲੇ ਅਗਲੇ, ਤੀਬਰ ਗਤੀ ਤੇਜ਼ ਚਾਲ, ਸਰੋਤ ਸੋਮਾ, ਢਾਰਾ ਛੰਨ, ਛੱਪੜ ਤੇ ਸਿਰ ਲੁਕਾਉਣ ਲਈ ਜਗ੍ਹਾ, ਔਹੜੀ ਸੁੱਜੀ ਹੋਈ ਕੋਈ ਗੱਲ, ਜਿੱਦਾਂ ਦਿਮਾਗ 'ਚ ਕੋਈ ਗੱਲ ਆਉਣੀ, ਵਾਵਰੋਲਾ ਮਿੱਟੀ ਆਦਿ ਨਾਲ ਭਰਿਆ ਹੋਇਆ ਗੋਲ ਚੱਕਰ ਵਿੱਚ ਚੱਲਣ ਵਾਲੀ ਤੇਜ਼ ਹਵਾ, ਤਿੱਖੜ ਤਿੱਖੀ ਤੇਜ਼। ਅਗਲਾ ਪ੍ਰਸ਼ਨ ਹੈ ਬੱਚਿਓ, ਵਾਕਾਂ ਵਿੱਚ ਵਰਤੋ। ਸਭ ਤੋਂ ਪਹਿਲਾਂ ਤੁਹਾਡੇ ਕੋਲ ਹੈ ਵਰਾਸ਼ਾਂ ਖਿੜ ਜਾਣੀਆਂ। ਤੁਹਾਡੇ ਕੋਲ ਸ਼ਬਦ ਹਨ ਵਰਾਸ਼ਾਂ ਖਿੜ ਜਾਣੀਆਂ। ਬੱਚਿਓ, ਇਸ ਤੋਂ ਭਾਵ ਹੈ ਕਿ ਬਹੁਤ ਜ਼ਿਆਦਾ ਖੁਸ਼ ਹੋਣਾ। ਭੀਖੂ ਅਤੇ ਉਸਦੇ ਪਰਿਵਾਰ ਨੂੰ ਜਦੋਂ ਪਾਣੀ ਲੱਭਿਆ ਤੇ ਖੁਸ਼ੀ ਨਾਲ ਉਹਨਾਂ ਦੀਆਂ ਵਰਾਸ਼ਾਂ ਖਿੜ ਗਈਆਂ। ਆਸਰਾ ਸਹਾਰਾ, ਰੁੱਖਾਂ ਉੱਤੇ ਬਹੁਤ ਸਾਰੇ ਪੰਛੀਆਂ ਨੂੰ ਆਸਰਾ ਮਿਲਦਾ ਹੈ। ਅਗਲਾ ਹੈ ਸ਼ਬਦ ਤੜਕਸਾਰ, ਸਵੇਰੇ ਮੂੰਹ ਹਨੇਰੇ। ਗੁਰਦੁਆਰੇ ਵਿੱਚ ਤੜਕਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ, ਜਾਂ ਤੜਕਸਾਰ ਉੱਠ ਕੇ ਭੀਖੂ ਨੇ ਰੁੱਖ ਵੱਢ ਕੇ ਢਾਰਾ ਛੱਤਣਾ ਸ਼ੁਰੂ ਕਰ ਦਿੱਤਾ। ਟੱਬਰ ਟੀਹਰ, ਪਰਿਵਾਰ ਦੇ ਸਾਰੇ ਛੋਟੇ ਵੱਡੇ ਜੀ। 1947 ਵਿੱਚ ਹੋਈ ਪੰਜਾਬ ਵੰਡ ਸਮੇਂ ਫਿਰਕੂ ਫਸਾਦ ਫੈਲਣ 'ਤੇ ਲੋਕ ਆਪਣੇ ਟੱਬਰ ਟੇਰ ਲੈ ਕੇ ਸੁਰੱਖਿਅਤ ਥਾਵਾਂ ਵੱਲ ਚੱਲ ਪਏ। ਇਹਨੂੰ ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਕਿ ਭੀਖੂ ਨੇ ਆਪਣੇ ਟੱਬਰ ਟੀਹਰ ਲਈ ਜਿਹੜਾ ਸੀ ਉਹ ਸਹੂਲਤਾਂ ਲਈ, ਟੱਬਰ ਟੀਹਰ ਦੀਆਂ ਸਹੂਲਤਾਂ ਲਈ ਰੁੱਖ ਨੂੰ ਕੱਟ ਕੇ ਆਪਣੀਆਂ ਸਹੂਲਤਾਂ ਪੂਰੀਆਂ ਕੀਤੀਆਂ। ਲੂਹ ਵਗਣਾ, ਗਰਮ ਹਵਾ ਦਾ ਚੱਲਣਾ। ਜੇਠ ਹਾੜ ਦੇ ਮਹੀਨਿਆਂ ਵਿੱਚ ਪੰਜਾਬ ਵਿੱਚ ਗਰਮ ਲੂਹ ਵਗਦੀ ਹੈ। ਰੋਣ ਹਾਕਾ ਹੋਣਾ, ਪਿਓ ਦੀਆਂ ਝਿੜਕਾਂ ਸੁਣ ਕੇ ਬੱਚਾ ਰੋਣ ਹਾਕਾ ਹੋ ਗਿਆ। ਹਰਿਆਵਲ, ਜਿਸ ਤਰ੍ਹਾਂ ਕਿ ਹਰਾਪਨ, ਬਰਸਾਤਾਂ ਵਿੱਚ ਭਿੰਨ ਭਿੰਨ ਪ੍ਰਕਾਰ ਦੇ ਪੌਦੇ ਉੱਗਣ ਨਾਲ ਚੁਫੇਰੇ ਹਰਿਆਵਲ ਛਾ ਜਾਂਦੀ ਹੈ। ਸੋ ਬੱਚਿਓ, ਇਹ ਸੀ ਅਭਿਆਸਕ ਪ੍ਰਸ਼ਨ। ਪਾਠ ਨੂੰ ਧਿਆਨ ਨਾਲ ਪੜ੍ਹਨਾ ਆ, ਖੁਦ ਵੀ ਪੜ੍ਹਾਈ ਕਰਨੀ ਪਾਠ ਤੋਂ, ਪਾਠ ਦੀਆਂ ਲਿਖਾਈਆਂ ਕਰਨੀਆਂ ਨੇ ਤੇ ਅਭਿਆਸਕ ਪ੍ਰਸ਼ਨ ਸਾਫ਼ ਕਰਕੇ ਆਪਣੀ ਪੱਕੀ ਕਾਪੀ 'ਤੇ ਸਾਰੇ ਲਿਖਣੇ ਹਨ। ਲਿਖਾਈਆਂ ਰੋਜ਼ ਕਰਨੀਆਂ ਹਨ ਤੇ ਵੱਧ ਤੋਂ ਵੱਧ ਰੁੱਖ ਲਾਉਣੇ ਹਨ। ਜਿਸ ਤਰ੍ਹਾਂ ਕਿ ਕਹਾਣੀ ਵਿੱਚ ਕਿਹਾ ਹੈ, ਜੇ ਅਸੀਂ ਸਾਰੇ ਵੱਧ ਤੋਂ ਵੱਧ ਰੁੱਖ ਲਾਵਾਂਗੇ ਤੇ ਸਾਡੀ ਧਰਤੀ ਜਿਹੜੀ ਹੈ ਉਹ ਬਚੇਗੀ ਅਤੇ ਧਰਤੀ 'ਤੇ ਪਾਣੀ ਵੀ ਬਚੇਗਾ, ਧਰਤੀ ਉਪਜਾਊ ਵੀ ਰਹੇਗੀ ਤੇ ਸਾਨੂੰ ਇਹਦਾ ਫਾਇਦਾ ਹੀ ਫਾਇਦਾ ਹੋਏਗਾ। ਸੋ ਸਾਨੂੰ ਕੁਝ ਦਿਨ ਮਿੱਥ ਲੈਣੇ ਚਾਹੀਦੇ ਹਨ। ਜਿਸ ਤਰ੍ਹਾਂ ਸਾਡਾ ਜਨਮ ਦਿਨ ਹੈ ਜਾਂ ਕੋਈ ਹੋਰ ਵਿਸ਼ੇਸ਼ ਦਿਨ, ਉਸ ਦਿਨ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤਾਂ ਕਿ ਧਰਤੀ 'ਤੇ ਪਾਣੀ ਨੂੰ ਬਚਾਇਆ ਜਾ ਸਕੇ। ਸੋ ਬੱਚਿਓ, ਜਿਸ ਤਰ੍ਹਾਂ ਕਿ ਹੁਣ ਜਿਹੜਾ ਲੋਕਡਾਊਨ ਨਹੀਂ ਹੈ, ਬੱਚਿਓ ਘਰੋਂ ਬਾਹਰ ਨਹੀਂ ਜਾਣਾ। ਜੇ ਜਾਣਾ ਵੀ ਹੈ ਤੇ ਬਹੁਤ ਜ਼ਰੂਰੀ ਕੰਮ ਹੋਏ ਫਿਰ ਜਾਣਾ ਹੈ ਅਤੇ ਮਾਸਕ ਲਾ ਕੇ ਰੱਖਣਾ ਹੈ। ਬਾਹਰ ਜਦੋਂ ਜਾਣਾ ਹੈ ਬਹੁਤ ਜ਼ਰੂਰੀ ਹੈ ਮਾਸਕ ਲਾ ਕੇ ਰੱਖਣਾ ਹੈ। ਬਾਰ-ਬਾਰ ਹੱਥ ਧੋਣੇ ਹਨ, 20 ਮਿੰਟ ਤੱਕ ਹੱਥ ਧੋਣੇ ਹਨ ਸਾਬਣ ਦੇ ਨਾਲ ਅਤੇ ਸਮਾਜਿਕ ਦੂਰੀ ਯਾਨੀ ਕਿ ਸਰੀਰਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਕਿਸੇ ਵੀ ਸਮੇਂ ਘਰੋਂ ਬੇਲੋੜਾ ਬਾਹਰ ਨਹੀਂ ਨਿਕਲਣਾ ਚਾਹੀਦਾ। ਬਹੁਤ ਅੱਛੇ, ਸ਼ਾਬਾਸ਼ ਬੇਟੇ, ਧੰਨਵਾਦ।